ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼, ਕਿਹਾ ਇੰਟਰਨੈਸ਼ਨਲ ਤੇ ਸੂਬਾਈ ਬਾਰਡਰ ਤੇ ਹੋਵੇ ਹੋਰ ਸਖਤੀ। ਭਾਰਤ ਵਿੱਚ ਕੋਵਿਡ-19 ਦੇ ਨਾਲ ਲੜਨ ਲਈ ਕੈਨੇਡਾ ਤੋਂ ਮਦਦ, ਕਈ ਸੰਸਥਾਵਾਂ ਕਰ ਰਹੀਆਂ ਨੇ ਮਦਦ ਲਈ ਉਪਰਾਲੇ। ਸਰੀ ਵਿੱਚ ਪੌਪ-ਅਪ ਕਲੀਨਿਕ ਰਾਹੀਂ ਕੋਵਿਡ ਟੀਕੇ ਲੱਗਣ ਦੀ ਸਹੂਲਤ ਤੇ ਪੂਰੀ ਜਾਣਕਾਰੀ ਨਾ ਮਿਲਣ ਤੇ ਕਈ ਸ਼ਿਕਾਇਤਾਂ, ਤਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਦੇ ਬਾਰੇ ਕੀ ਕਿਹਾ, ਦੱਸਾਂਗੇ ਖਬਰਾਂ ਵਿੱਚ। ਇਮੀਗ੍ਰੇਸ਼ਨ ਵਿਭਾਗ ਨੇ ਅੱਜ ਕੱਢਿਆ ਤਾਜ਼ਾ ਡਰਾਅ, ਦੱਸਾਂਗੇ ਕੀ ਰਿਹਾ ਘੱਟੋ-ਘੱਟ CRS ਸਕੋਰ। ਸਰੀ ਵਿੱਚ ਸੂਬਾ ਸਰਕਾਰ ਵੱਲੋਂ ਹੋਟਲ ਖਰੀਦਣ ਦੀ ਤਿਆਰੀ, ਬੇਘਰਾਂ ਨੂੰ ਦਿੱਤੀ ਜਾਵੇਗੀ ਰਹਿਣ ਲਈ ਥਾਂ। ਰਜਾਇਣਾ ਵਿੱਚ ਅੱਗ ਲੱਗਣ ਦਾ ਮਾਮਲਾ, ਸ਼ੱਕੀ ਦੀ ਤਸਵੀਰ ਜਾਰੀ ਕਰਕੇ ਪੁਲਿਸ ਨੇ ਜਾਂਚ ਦੇ ਲਈ ਮੰਗਿਆ ਸਹਿਯੋਗ। ਇਸ ਤਰ੍ਹਾਂ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਇਸ ਸਮੇਂ ਕੋਵਿਡ-19 ਦੇ ਕਰਕੇ ਜਿਹੜੇ ਹਾਲਾਤ ਬਣੇ ਹੋਏ ਨੇ ਉਸ ਦੇ ਬਾਰੇ ਚਰਚਾ ਕੀਤੀ ਗਈ, ਜਿਸ ਦੇ ਵਿੱਚ ਜੋ ਕਿਊਬੈਕ ਦੇ ਪ੍ਰੀਮੀਅਰ ਤੇ ਨਾਲ ਹੀ ਓਨਟਾਰੀਓ ਦੇ ਪ੍ਰੀਮੀਅਰ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਇਸ ਮੌਕੇ ਦਬਾਅ ਬਣਾਇਆ ਗਿਆ ਕਿ ਜੋ ਇੰਟਰਨੈਸ਼ਨਲ ਤੇ ਨਾਲ ਹੀ ਸੂਬਿਆਂ ਦੇ ਬਾਰਡਰ ਨੇ ਉਹਨਾਂ ਨੂੰ ਬੰਦ ਕਰਨ ਨੂੰ ਲੈ ਕੇ ਹੋਰ ਜ਼ਿਆਦਾ ਸਖਤੀ ਕੀਤੀ ਜਾਵੇ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਬੇਸ਼ੱਕ ਜਿਵੇਂ ਕਿ ਭਾਰਤ ਤੋਂ ਤੇ ਪਾਕਿਸਤਾਨ ਤੋਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ, ਟਰੈਵਲ ਨੂੰ ਲੈ ਕੇ ਰੋਕ ਲੱਗੀ ਹੋਈ ਹੈ, ਪਰ ਫਿਰ ਵੀ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਪਹਿਲਾਂ ਅਮਰੀਕਾ ਰਹੇ ਨੇ ਤੇ ਫਿਰ ਕੈਨੇਡਾ ਵਿੱਚ ਦਾਖਲ ਹੋ ਰਹੇ ਨੇ, ਜਿਸ ਦੇ ਉੱਤੇ ਵੀ ਸਖਤੀ ਕਰਨ ਦੀ ਮੰਗ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਫਰਸਟ ਮਿਨਿਸਟਰਸ ਦੇ ਨਾਲ ਬੈਠਕ ਕੀਤੀ ਗਈ ਸੀ। ਦਰਅਸਲ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੈਠਕ ਕੀਤੀ, ਜਿਸ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਹੋਰ ਦਬਾਅ ਬਣਾਇਆ ਗਿਆ ਕਿ ਇਸ ਮੌਕੇ ਜੋ ਇੰਟਰਨੈਸ਼ਨਲ ਬਾਰਡਰ ਨੇ ਤੇ ਨਾਲ ਹੀ ਜੋ ਸੂਬੇ ਦੇ ਬਾਰਡਰ ਨੇ ਉਹਨਾਂ ਦੇ ਉੱਤੇ ਹੋਰ ਜ਼ਿਆਦਾ ਸਖਤੀ ਕਰ ਦਿੱਤੀ ਜਾਵੇ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਸਖਤ ਕਦਮ ਚੁੱਕੇ ਜਾਣ ਤੇ ਇਹਨਾਂ ਬਾਰਡਰਸ ਨੂੰ ਫਿਲਹਾਲ ਬੰਦ ਕਰ ਦਿੱਤਾ ਜਾਵੇ, ਤਾਂ ਕਿ ਕੋਵਿਡ-19 ਦੇ ਜੋ ਵੱਖੋ-ਵੱਖਰੇ ਵੇਰੀਐਂਟ ਓਨਟਾਰੀਓ ਦੇ ਵਿੱਚ ਲਗਾਤਾਰ ਫੈਲ ਰਹੇ ਨੇ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਇਸ ਦੌਰਾਨ ਕਿਊਬੈਕ ਦੇ ਪ੍ਰੀਮੀਅਰ ਦੇ ਵੱਲੋਂ ਵੀ ਕੁਝ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਦਬਾਅ ਬਣਾਇਆ ਗਿਆ। ਪ੍ਰੀਮੀਅਰ ਡਗ ਫੋਰਡ ਤੇ ਨਾਲ ਹੀ ਕਿਊਬੈਕ ਦੇ ਪ੍ਰੀਮੀਅਰ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਵੀ ਭੇਜੀ ਸੀ, ਜਦੋਂ ਉਹਨਾਂ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇੰਟਰਨੈਸ਼ਨਲ ਫਲਾਈਟਸ ਨੇ ਜੋ ਉਹ ਕੋਵਿਡ-19 ਦੇ ਹੌਟ ਸਪੌਟਸ, ਯਾਨੀ ਕਿ ਜਿੱਥੇ ਬਹੁਤ ਜ਼ਿਆਦਾ ਕੋਵਿਡ-19 ਫੈਲਿਆ ਹੋਇਆ ਜਿਹੜੇ ਦੇਸ਼ਾਂ ਵਿੱਚ, ਉੱਥੇ ਤੋਂ ਬੰਦ ਕਰ ਦਿੱਤੀਆਂ ਜਾਣ। ਭਾਰਤ ਤੋਂ ਵੀ ਫਲਾਈਟਾਂ ਬੰਦ ਕਰਨ ਦੀ ਮੰਗ ਇਹਨਾਂ ਪ੍ਰੀਮੀਅਰਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਫੈਡਰਲ ਸਰਕਾਰ ਦੇ ਵੱਲੋਂ ਸਿਹਤ ਅਧਿਕਾਰੀਆਂ ਨੇ ਜੋ ਅੰਕੜੇ ਪੇਸ਼ ਕੀਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਭਾਰਤ ਤੇ ਪਾਕਿਸਤਾਨ ਤੋਂ ਫਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਪ੍ਰੀਮੀਅਰ ਡਗ ਫੋਰਡ ਦਾ ਇਸ ਦੇ ਉੱਤੇ ਕਹਿਣਾ ਹੈ ਕਿ ਬੇਸ਼ੱਕ ਇਹ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ, ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਸਮੇਂ ਇੰਟਰਨੈਸ਼ਨਲ ਯਾਤਰੀ ਨੇ ਜਿਹੜੇ ਟਰੈਵਲ ਕਰਕੇ ਪਹਿਲਾਂ ਅਮਰੀਕਾ ਜਾ ਰਹੇ ਨੇ ਤੇ ਫਿਰ ਉਹ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋ ਰਹੇ ਨੇ, ਜਿਸ ਦੇ ਕਰਕੇ ਉਹਨਾਂ ਦੇ ਕੋਲ ਕੈਨੇਡਾ ਵਿੱਚ ਪਹੁੰਚਣ ਦਾ ਤਰੀਕਾ ਤਾਂ ਹੈ, ਜਿਸ ਦੇ ਨਾਲ ਉਹ ਕੋਵਿਡ-19 ਦੇ ਵੱਖੋ-ਵੱਖਰੇ ਵੇਰੀਐਂਟ ਨੇ ਜਿਹੜੇ ਉਹ ਵੀ ਲਿਆ ਸਕਦੇ ਨੇ ਤੇ ਇਸ ਦਾ ਖਤਰਾ ਵੀ ਕੁਝ ਉਸੇ ਤਰ੍ਹਾਂ ਬਣਿਆ ਹੋਇਆ ਜਿਵੇਂ ਪਹਿਲਾਂ ਸੀ, ਜਿਸ ਨੂੰ ਦੇਖਦੇ ਹੋਏ ਪ੍ਰੀਮੀਅਰ ਡਗ ਫੋਰਡ ਨੇ ਬਾਰਡਰ ਦੇ ਉੱਤੇ ਹੋਰ ਜ਼ਿਆਦਾ ਸਖਤੀ ਕਰਨ ਦੀ ਮੰਗ ਕੀਤੀ, ਯਾਨੀ ਕਿ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ ਉਹਨਾਂ ਦੇ ਉੱਤੇ ਵੀ ਰੋਕ ਲਗਾਉਣ ਦੀ ਗੱਲ ਕਹੀ ਗਈ ਹੈ। ਤਾਂ ਉਧਰ ਭਾਰਤ ਵਿੱਚ ਜੋ ਕੋਵਿਡ-19 ਦੇ ਕਰਕੇ ਹਾਲਾਤ ਬਣੇ ਹੋਏ ਨੇ ਉਸ ਦੇ ਮੱਦੇਨਜ਼ਰ ਵੱਖੋ-ਵੱਖਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ, ਜਿਨ੍ਹਾਂ ਦੇ ਵੱਲੋਂ ਮਦਦ ਦੇ ਵਾਸਤੇ ਅੱਗੇ ਹੱਥ ਵਧਾਇਆ ਜਾ ਰਿਹਾ ਹੈ ਤੇ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ਤੇ ਸਮਾਨ ਵੀ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਮਦਦ ਦੇ ਵਾਸਤੇ ਭਾਰਤ ਨੂੰ ਭੇਜਿਆ ਜਾ ਸਕੇ। ਤਾਂ ਕੁਝ ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ ਵੀ ਕੀਤਾ ਗਿਆ, ਜਿੱਥੇ ਕਿ ਆਕਸੀਜਨ ਦੇ ਕੰਸਨਟ੍ਰੇਟਰ ਨੇ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਨਾਲ ਇਸ ਮੌਕੇ ਇੰਡੀਆ ਐਸੋਸੀਏਸ਼ਨ ਆਫ ਮੈਨੀਟੋਬਾ ਦੇ ਵੱਲੋਂ ਇਸ ਦੌਰਾਨ ਸੰਸਥਾ ਜੋ ਕੰਮ ਕੀਤਾ ਗਿਆ ਤੇ ਭਾਰਤੀਆਂ ਦੀ ਤੇ ਭਾਰਤ ਵਿੱਚ ਮਦਦ ਪਹੁੰਚਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਕੁਝ ਇਸ ਤਰ੍ਹਾਂ ਕੈਨੇਡਾ ਭਰ ਵਿੱਚ ਵੱਖੋ-ਵੱਖਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ, ਜਿਨ੍ਹਾਂ ਦੇ ਵੱਲੋਂ ਜੋ ਭਾਰਤ ਵਿੱਚ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੇ ਮੱਦੇਨਜ਼ਰ ਮਦਦ ਦੇ ਵਾਸਤੇ ਤੇ ਸਪਲਾਈ ਭੇਜਣ ਦੇ ਵਾਸਤੇ ਫੰਡ ਦੇ ਨਾਲ-ਨਾਲ ਸਮਾਨ ਵੀ ਇਕੱਠਾ ਕੀਤਾ ਜਾ ਰਿਹਾ ਹੈ। ਇਸ ਨਾਲ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਵੇਂ ਕਿ ਪੌਪ-ਅਪ ਕਲੀਨਿਕ ਖੋਲ੍ਹੇ ਗਏ ਉਹਨਾਂ ਖੇਤਰਾਂ ਵਿੱਚ ਜਿੱਥੇ ਕੋਵਿਡ-19 ਦੇ ਮਾਮਲੇ ਬਹੁਤ ਜ਼ਿਆਦਾ ਪਾਏ ਜਾ ਰਹੇ ਨੇ ਤਾਂ ਕਿ ਲੋਕ ਟੀਕੇ ਲਗਵਾ ਸਕਣ। ਸਰੀ ਦੇ ਨਿਊਟਨ ਖੇਤਰ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ, ਪਰ ਉੱਥੇ ਵੱਡੀ ਗਿਣਤੀ 'ਚ ਲੋਕ ਪਹੁੰਚ ਗਏ ਕਿ ਉਹਨਾਂ ਦੀ ਵਾਰੀ ਨਹੀਂ ਆਈ ਤੇ ਇਸ ਦੌਰਾਨ ਲੋਕਾਂ ਨੂੰ ਜਾਣਕਾਰੀ ਘੱਟ ਦਿੱਤੇ ਜਾਣ ਦੇ ਬਾਰੇ ਇਹ ਕਿਹਾ ਗਿਆ ਕਿ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਾਏ ਗਏ ਤੇ ਅਧਿਕਾਰੀਆਂ ਦੇ ਉੱਤੇ ਵੀ ਕਿ ਜਿੰਨੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ ਉਹ ਨਹੀਂ ਦਿੱਤੀ ਗਈ, ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਬਾਰੇ ਜੋ ਸਵਾਲ ਨੇ ਉਹ ਪਾਰਲੀਮੈਂਟ ਦੇ ਵਿੱਚ ਵੀ ਉੱਠੇ। ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਦੇ ਵਿੱਚ ਲਿਬਰਲਸ ਦੇ ਵੱਲੋਂ ਇਸ ਸੰਬੰਧੀ ਸਵਾਲ ਚੁੱਕੇ ਗਏ ਤਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਦਾ ਕੀ ਜਵਾਬ ਦਿੱਤਾ ਉਹ ਤੁਹਾਨੂੰ ਦੱਸਦੇ ਹਾਂ।
ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਸਵਾਲ ਜਵਾਬ ਦਾ ਸਮਾਂ ਸੀ ਤਾਂ ਉਸ ਸਮੇਂ ਅੱਜ BC ਲਿਬਰਲਸ ਵੱਲੋਂ ਵੈਸਟ ਵੈਨਕੂਵਰ ਕੈਪੀਲਾਨੋ ਤੋਂ MLA ਕੈਰਿਨ ਕਿਰਕਪੈਟਰਿਕ ਦੇ ਵੱਲੋਂ ਸਵਾਲ ਪੁੱਛਿਆ ਗਿਆ, ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਪੌਪ-ਅਪ ਕਲੀਨਿਕਸ ਨੂੰ ਲੈ ਕੇ ਸਵਾਲ ਪੁੱਛਿਆ ਕਿ ਉੱਥੇ ਟਰਾਂਸਲੇਸ਼ਨ ਦੀ ਸਹੂਲਤ ਦੀ ਕਮੀ ਦੇ ਕਰਕੇ ਕਈ ਲੋਕ ਦਿੱਕਤ ਦੇ ਨਾਲ ਜੂਝ ਰਹੇ ਨੇ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਬਜ਼ੁਰਗ ਅਜਿਹੇ ਨੇ ਜੋ ਸਿਰਫ ਇੱਕ ਭਾਸ਼ਾ ਜਾਣਦੇ ਨੇ, ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਆਪਣਾ ਟੀਕਾ ਕਿਵੇਂ ਬੁੱਕ ਕਰਵਾਉਣ ਇਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਤੇ ਉਹ ਸੀਨੀਅਰ ਨੇ ਜਿਨ੍ਹਾਂ ਨੂੰ ਇਸ ਸਮੇਂ ਟੀਕੇ ਦੀ ਸਭ ਤੋਂ ਜ਼ਿਆਦਾ ਲੋੜ ਹੈ, ਜਿਸ ਨੂੰ ਲੈ ਕੇ ਉਹਨਾਂ ਨੇ ਸਿਹਤ ਮੰਤਰੀ ਨੂੰ ਸਵਾਲ ਪੁੱਛੇ। One person in Surrey said, and I quote, "We just registered an auntie and uncle who don't have cell phones and who didn't know how to register, so we hand wrote down all the information for them," end quote. The Hunger Games approach is unacceptable. Mr. Speaker, will the Premier ensure that there is proper advance notice of these clinics with proper translation services? Minister of Health. ਤਾਂ ਇਸ ਦੇ ਜਵਾਬ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਮੰਤਰੀ ਏਡਰੀਅਨ ਡਿਕਸ ਨੇ ਕਿਹਾ ਕਿ ਟੀਕਾ ਫੋਨ ਕਰਕੇ ਵੀ ਬੁੱਕ ਕਰਵਾਇਆ ਜਾ ਸਕਦਾ ਹੈ। ਇਸ ਦੇ ਵਾਸਤੇ ਵੀ ਨੰਬਰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਜਦੋਂ ਫੋਨ ਕਰਕੇ ਟੀਕੇ ਦੇ ਵਾਸਤੇ ਬੁਕਿੰਗ ਕੀਤੀ ਜਾਂਦੀ ਹੈ ਤਾਂ ਉੱਥੇ ਹਰ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ, ਜਿੱਥੇ ਕਿ ਉਹ ਆਪਣੀ ਭਾਸ਼ਾ ਦੇ ਵਿੱਚ ਬੋਲ ਕੇ ਜਾਣਕਾਰੀ ਲੈ ਸਕਦੇ ਨੇ। Well, thank you, Honourable Speaker. And there are two ways to register. One is online and the other is through the telephone line where translation is available. This is how we immunized 180,000 clinically vulnerable people. In the Honourable Member's constituency, 45% of people have been immunized in this period when we've had a relatively limited supply of vaccine. And I think that reflects in her community and other communities around BC. ਅਗਲੀ ਖਬਰ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਡਰਾਅ ਕੱਢਿਆ। ਐਕਸਪ੍ਰੈਸ ਐਂਟਰੀ ਦੇ ਇਸ ਡਰਾਅ ਦੇ ਵਿੱਚ 6000 ਵਿਅਕਤੀਆਂ ਨੂੰ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਨੇ PR ਦੇ ਵਾਸਤੇ। ਜੋ ਤਾਜ਼ਾ ਡਰਾਅ ਨਿਕਲਿਆ 29 ਅਪ੍ਰੈਲ ਨੂੰ ਇਹ ਡਰਾਅ ਨਿਕਲਿਆ, ਜਿਸ ਦੇ ਵਿੱਚ 6000 ਜਣਿਆਂ ਨੂੰ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ। ਇਸ ਦੌਰਾਨ ਘੱਟੋ ਘੱਟ CRS ਸਕੋਰ ਹੈ ਜੋ 400 ਤੱਕ ਗਿਆ ਹੈ। CEC ਕਲਾਸ ਦੇ ਅਧੀਨ ਇਹ ਇਨਵੀਟੇਸ਼ਨ ਭੇਜੇ ਗਏ ਨੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ, ਉਹਨਾਂ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ। ਤੇ ਇਸ ਦੇ ਬਾਰੇ ਇਹ ਵੀ ਜਾਣਕਾਰੀ ਹੈ ਕਿ ਐਕਸਪ੍ਰੈਸ ਐਂਟਰੀ ਦੇ ਵਾਸਤੇ ਪ੍ਰੋਫਾਈਲ ਜਿਨ੍ਹਾਂ ਨੇ ਆਪਣੀ April 24 ਤੋਂ ਪਹਿਲਾਂ ਜਮ੍ਹਾਂ ਕਰਵਾ ਦਿੱਤੀ ਸੀ, ਉਹਨਾਂ ਨੂੰ PR ਦੇ ਵਾਸਤੇ ਇਹ ਇਨਵੀਟੇਸ਼ਨ ਗਏ ਨੇ। ਜੋ ਪਿਛਲੀ ਵਾਰ ਡਰਾਅ ਨਿਕਲਿਆ ਸੀ 16 ਅਪ੍ਰੈਲ ਨੂੰ, ਉਸ ਦੌਰਾਨ 417 ਤੱਕ ਘੱਟੋ ਘੱਟ CRS ਸਕੋਰ ਗਿਆ ਸੀ ਤੇ ਉਸ ਤੋਂ ਬਾਅਦ ਕੱਲ ਜੋ ਨਿਕਲਿਆ ਸੀ ਉਹ ਉਹਨਾਂ ਦੇ ਵਾਸਤੇ ਸੀ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਹੋ ਚੁੱਕੀ ਹੋਵੇ। ਤੇ ਅੱਜ ਜੋ ਡਰਾਅ ਨਿਕਲਿਆ ਉਹ CEC ਕਲਾਸ ਵਾਲਿਆਂ ਵਾਸਤੇ ਨਿਕਲਿਆ ਤੇ 400 ਘੱਟੋ ਘੱਟ CRS ਸਕੋਰ ਗਿਆ। ਇਸ ਦੌਰਾਨ ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤਾ ਗਿਆ ਸਮਾਂ ਹੋਵੇਗਾ ਕਿ ਹੁਣ ਆਪਣੀ ਫਾਈਲ ਜਮ੍ਹਾਂ ਕਰਵਾ ਸਕਦੇ ਨੇ ਤੇ ਉਹਨਾਂ ਦੀ PR ਦੇ ਵਾਸਤੇ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕੈਨੇਡਾ ਨੇ ਜਿਵੇਂ ਕਿ ਇਸ ਸਮੇਂ ਟੀਚਾ ਰੱਖਿਆ ਹੋਇਆ ਹੈ ਕਿ ਸਾਲ 2021 ਵਿੱਚ 4,01,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨਾ ਹੈ। ਇਸ ਵਾਸਤੇ ਵੱਖੋ ਵੱਖਰੇ ਪ੍ਰੋਗਰਾਮ ਵੀ ਉਹਨਾਂ ਦੇ ਵੱਲੋਂ ਲਿਆਂਦੇ ਗਏ ਨੇ ਜੋ ਕਿ ਜ਼ਰੂਰੀ ਕਾਮੇ ਤੇ ਇੰਟਰਨੈਸ਼ਨਲ ਸਟੂਡੈਂਟ ਤੇ ਉਹਨਾਂ ਦੇ ਵਾਸਤੇ ਨੇ ਜਿਹੜੇ ਕਿ ਫ੍ਰੈਂਚ ਬੋਲ ਸਕਦੇ ਨੇ। ਤੇ ਇਸ ਤਰ੍ਹਾਂ 90,000 ਨਵੇਂ ਪ੍ਰਵਾਸੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ ਤੇ ਜਿਹੜੇ ਫ੍ਰੈਂਚ ਬੋਲਣ ਵਾਲੇ ਨੇ ਉਹ ਉਹਨਾਂ 90,000 ਤੋਂ ਬਾਹਰ ਨੇ ਤੇ ਫ੍ਰੈਂਚ ਬੋਲਣ ਵਾਲੇ ਜਿਹੜੇ ਕਿ ਫ੍ਰੈਂਚ ਵੀ ਬੋਲ ਲੈਂਦੇ ਨੇ ਤੇ ਇੰਗਲਿਸ਼ ਵੀ ਬੋਲ ਲੈਂਦੇ ਨੇ, ਉਹਨਾਂ ਦੇ ਵਾਸਤੇ ਇਹ ਹੈ ਕਿ ਉਸ ਦੇ ਉੱਤੇ ਕੋਈ ਸੀਮਾ ਨਹੀਂ ਰੱਖੀ ਗਈ ਕਿ ਕਿੰਨਿਆਂ ਨੂੰ ਪੱਕੇ ਕੀਤੇ ਜਾਣਾ। ਜਿੰਨੇ ਵੀ ਆਉਣਗੇ ਫ੍ਰੈਂਚ ਤੇ ਇੰਗਲਿਸ਼ ਦੋਨੇ ਬੋਲ ਸਕਦੇ ਹੋਣਗੇ ਤੇ ਯੋਗਤਾ ਨੂੰ ਪੂਰੀ ਕਰਦੇ ਹੋਣਗੇ, ਉਹ PR ਦੇ ਵਾਸਤੇ ਕੈਨੇਡਾ ਦੀ ਅਪਲਾਈ ਕਰ ਸਕਦੇ ਨੇ। ਤੇ ਬਾਕੀ 6 ਮਈ ਨੂੰ 90,000 ਵਿਅਕਤੀਆਂ ਦੇ ਵਾਸਤੇ ਜੋ ਪ੍ਰੋਗਰਾਮ ਖੋਲ੍ਹਣਾ ਹੈ ਉਸ ਦੇ ਵਿੱਚ ਜੋ ਜ਼ਰੂਰੀ ਕਾਮੇ ਨੇ ਤੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਨੂੰ ਪੱਕੇ ਕਰਨ ਦੇ ਵਾਸਤੇ ਪ੍ਰਕਿਰਿਆ ਸ਼ੁਰੂ ਹੋਵੇਗੀ। ਅਗਲੀ ਖਬਰ ਹੈ ਕਿ ਨਨਾਇਮੋ RCMP ਨੇ ਲੋਕਾਂ ਨੂੰ ਸਾਵਧਾਨ ਹੋਣ ਦੇ ਵਾਸਤੇ ਕਿਹਾ, ਜਿਨ੍ਹਾਂ ਨੇ ਇੱਕ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਸਕੈਮ ਦੇ ਵਿੱਚ ਕਈਆਂ ਦੇ ਵੱਲੋਂ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ। ਨਨਾਇਮੋ ਤੋਂ ਪੁਲਿਸ ਅਧਿਕਾਰੀਆਂ ਨੇ ਸਾਰਿਆਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ। ਦਰਅਸਲ ਉੱਥੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਔਰਤ ਨੂੰ ਮੂਰਖ ਬਣਾ ਕੇ ਉਸ ਤੋਂ $27,000 ਦੇ ਕਰੀਬ ਲੁੱਟ ਲਏ ਗਏ।
ਦਰਅਸਲ ਉਸ ਔਰਤ ਨੂੰ ਦੱਸਿਆ ਗਿਆ ਕਿ ਉਸਨੇ ਇੱਕ ਲੋਟਰੀ ਜਿੱਤੀ ਹੈ, ਜਿਸ ਦੇ ਵਿੱਚ ਉਸਨੂੰ ਕਿਹਾ ਗਿਆ ਕਿ $750 ਮਿਲੀਅਨ ਦੀ ਲੋਟਰੀ ਉਸਨੇ ਜਿੱਤੀ ਹੈ, ਜਿਸ ਦੇ ਵਿੱਚ ਮਰਸੀਡੀਜ਼ ਬੈਂਜ਼ ਕਾਰ ਵੀ ਹੈ। ਤੇ ਜਿਸ ਤੋਂ ਬਾਅਦ ਉਸ ਔਰਤ ਨੂੰ ਫੋਨ ਦੇ ਉੱਤੇ ਕਿਸੇ ਨੇ ਕਿਹਾ ਕਿ ਲੋਟਰੀ ਦੇ ਜਿੱਤੇ ਹੋਏ ਪੈਸੇ ਜੇਕਰ ਉਹ ਲੈਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਸਨੂੰ ਟੈਕਸ ਦੇਣਾ ਪਵੇਗਾ, ਜੋ ਵੱਖ-ਵੱਖਰੇ ਰੂਪ ਦੇ ਵਿੱਚ ਉਸਨੂੰ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ ਤੇ ਨਾਰਥ ਅਮਰੀਕਾ ਦੇ ਵਿੱਚ ਕਈ ਪਤੇ ਦੱਸੇ ਗਏ, ਜਿੱਥੇ ਉਸਨੂੰ ਕਿਹਾ ਗਿਆ ਕਿ ਚਿੱਠੀ ਰਾਹੀਂ ਕੈਸ਼ ਭੇਜਿਆ ਜਾਵੇ ਤੇ ਇਸ ਦੇ ਨਾਲ ਹੀ ਵੈਨੀਲਾ ਪ੍ਰੀਪੇਡ ਕਾਰਡਸ ਖਰੀਦੇ ਜਾਣ। ਜਿਸ ਤੋਂ ਬਾਅਦ ਉਸ ਔਰਤ ਨੇ $16,000 ਕੈਸ਼ ਭੇਜਿਆ ਤੇ $10,600 ਦੇ ਵੈਨੀਲਾ ਪ੍ਰੀਪੇਡ ਕਾਰਡ ਖਰੀਦੇ। ਜਿਸ ਤੋਂ ਬਾਅਦ ਜਦੋਂ ਉਸਨੇ ਆਪਣੇ ਇੱਕ ਪਰਿਵਾਰਕ ਮੈਂਬਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਇੱਕ ਸਕੈਮ ਦੀ ਸ਼ਿਕਾਰ ਹੋ ਗਈ ਹੈ, ਕਿਉਂਕਿ ਉਸਨੂੰ ਕਦੀ ਵੀ ਜਿੱਤੇ ਹੋਏ ਪੈਸਿਆਂ ਦੀ ਜਿਹੜੀ ਗੱਲ ਕਹੀ ਗਈ ਸੀ ਉਹ ਨਹੀਂ ਮਿਲੇ। ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਨਨਾਇਮੋ ਤੋਂ ਉਹ ਔਰਤ ਸੀ ਜਿਸ ਦੀ ਪਛਾਣ ਤਾਂ ਪੁਲਿਸ ਨੇ ਨਹੀਂ ਦੱਸੀ ਹੈ, ਪਰ ਸਾਰਿਆਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਪੈਸਿਆਂ ਦਾ ਲਾਲਚ ਦੇ ਕੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਕਦੀ ਵੀ ਉਸ ਨੂੰ ਨਾ ਦਿੱਤੇ ਜਾਣ ਤੇ ਇਸ ਦੇ ਨਾਲ ਹੀ ਆਪਣੀ ਕੋਈ ਨਿੱਜੀ ਜਾਣਕਾਰੀ ਵੀ ਕਦੇ ਵੀ ਫੋਨ ਰਾਹੀਂ ਕਿਸੇ ਨੂੰ ਨਾ ਦਿੱਤੀ ਜਾਵੇ। ਸਰਕਾਰ ਤੋਂ ਜੇਕਰ ਅਧਿਕਾਰੀ ਫੋਨ ਕਰਕੇ ਕਿਸੇ ਜਾਣਕਾਰੀ ਦੀ ਮੰਗ ਕਰਨਗੇ ਤਾਂ ਉਹ ਤੁਹਾਤੋਂ ਨਿੱਜੀ ਜਾਣਕਾਰੀ, ਖਾਸ ਤੌਰ ਦੇ ਉੱਤੇ ਤੁਹਾਡੇ ਬੈਂਕ ਅਕਾਊਂਟ ਦੀ ਜਾਣਕਾਰੀ ਕਦੀ ਨਹੀਂ ਪੁੱਛਣਗੇ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ ਸਰੀ ਦੇ ਵਿੱਚ ਇੱਕ ਹੋਟਲ ਖਰੀਦਿਆ ਜਾਵੇਗਾ ਬੇਕਰਾਂ ਦੀ ਮਦਦ ਦੇ ਵਾਸਤੇ। ਆਖਿਰ ਕਿੱਥੇ ਇਹ ਹੋਟਲ ਖਰੀਦਿਆ ਜਾਵੇਗਾ ਤੇ ਕਿੰਨੇ ਕੁ ਬੇਕਰਾਂ ਦੀ ਮਦਦ ਇਸ ਨਾਲ ਹੋਵੇਗੀ, ਉਹ ਤੁਹਾਨੂੰ ਦੱਸਦੇ ਹਾਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸਰੀ ਸੈਂਟਰ ਖੇਤਰ ਦੇ ਵਿੱਚ ਉਹ ਇੱਕ ਹੋਟਲ ਖਰੀਦ ਰਹੇ ਨੇ ਬੇਕਰਾਂ ਦੇ ਵਾਸਤੇ, ਜਿਸ ਦੇ ਵਾਸਤੇ ਹਾਊਸਿੰਗ ਮਿਨਿਸਟਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ ਟਰੈਵਲ ਲੌਜ ਹੋਟਲ ਹੈ ਜੋ ਕਿ 139, 39, 104 ਐਵੇਨਿਊ ਦੇ ਉੱਤੇ ਹੈ, ਜਿਸ ਦੇ ਰਾਹੀਂ 28 ਦੇ ਕਰੀਬ ਵਿਅਕਤੀਆਂ ਨੂੰ ਰਹਿਣ ਦੇ ਲਈ ਥਾਂ ਮਿਲੇਗੀ, ਜੋ ਇਸ ਸਮੇਂ ਜਾਂ ਸੜਕਾਂ ਦੇ ਉੱਤੇ ਰਹਿੰਦੇ ਨੇ ਜਾਂ ਫਿਰ ਟੈਂਟ ਲਗਾ ਕੇ ਰਹਿੰਦੇ ਨੇ। ਜਿਹੜੇ ਬੇਘਰ ਨੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਰਹਿਣ ਦੇ ਲਈ ਥਾਂ ਇਸ ਹੋਟਲ ਦੇ ਰਾਹੀਂ ਮਿਲੇਗੀ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿਕਟੋਰੀਆ, ਵੈਨਕੂਵਰ ਤੇ ਹੋਰ ਥਾਵਾਂ ਦੇ ਉੱਤੇ ਵੀ ਹੋਟਲ ਖਰੀਦ ਚੁੱਕੀ ਹੈ ਤਾਂ ਕਿ ਬੇਘਰਾਂ ਨੂੰ ਰਹਿਣ ਦੇ ਲਈ ਥਾਂ ਦਿੱਤੀ ਜਾ ਸਕੇ। ਤੇ ਫਿਰ ਹੁਣ ਸਰੀ ਦੇ ਵਿੱਚ ਇਹ ਥਾਂ ਖਰੀਦੀ ਜਾ ਰਹੀ ਹੈ, ਜਿਸ ਦੇ ਨਾਲ ਬੇਘਰਾਂ ਦੀ ਮਦਦ ਕੀਤੀ ਜਾ ਸਕੇਗੀ। ਤਾਂ ਅਗਲਾ ਮਾਮਲਾ ਰਜਾਇਨਾ ਤੋਂ ਸਾਹਮਣੇ ਆਇਆ। ਰਜਾਇਨਾ ਦੇ ਵਿੱਚ ਇੱਕ ਥਾਂ ਦੇ ਉੱਤੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਦੇ ਵਿੱਚ ਪੁਲਿਸ ਨੂੰ ਇੱਕ ਸ਼ੱਕੀ ਵਿਅਕਤੀ ਦੀ ਭਾਲ ਹੈ, ਜਿਸ ਦੀ ਤਸਵੀਰ ਵੀ ਉਹਨਾਂ ਨੇ ਸਾਂਝੀ ਕੀਤੀ ਹੈ। ਰਜਾਇਨਾ ਪੁਲਿਸ ਨੇ ਇੱਕ ਮਾਮਲੇ ਦੀ ਜਾਂਚ ਦੇ ਵਾਸਤੇ ਮਦਦ ਦੀ ਮੰਗ ਕੀਤੀ ਹੈ, ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਇੱਕ ਸ਼ੱਕੀ ਵਿਅਕਤੀ ਨੂੰ ਪਛਾਣਨ ਦੇ ਲਈ, ਜਿਸ ਨੇ ਕਿ ਇੱਕ ਥਾਂ ਦੇ ਉੱਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਨੂੰ 100 ਬਲਾਕ ਕਾਲਜ ਐਵੇਨਿਊ ਦੇ ਉੱਤੇ ਮੰਗਲਵਾਰ ਦੀ ਦੁਪਹਿਰ ਨੂੰ 3:50 ਦੇ ਨੇੜੇ ਬੁਲਾਇਆ ਗਿਆ ਸੀ, ਜਿੱਥੇ ਕਿ ਉਹਨਾਂ ਨੇ ਦੇਖਿਆ ਕਿ ਅੱਗ ਲੱਗੀ ਹੋਈ ਸੀ ਤੇ ਇਸ ਦੇ ਨਾਲ ਹੀ ਜੋ ਫੈਂਸ ਉੱਥੇ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਅੱਗ ਦੇ ਕਰਕੇ ਪ੍ਰੋਪੇਨ ਦਾ ਟੈਂਕ ਫਟ ਗਿਆ, ਜਿਸ ਦੇ ਕਰਕੇ ਇੱਕ ਧਮਾਕਾ ਵੀ ਹੋਇਆ। ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੂੰ ਦੱਸਿਆ ਗਿਆ ਇੱਕ ਸ਼ੱਕੀ ਵਿਅਕਤੀ ਉਸ ਖੇਤਰ ਵਿੱਚ ਦੇਖਿਆ ਗਿਆ। ਉਸੇ ਸਮੇਂ ਜਦੋਂ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸ ਦੇ ਵਿੱਚ ਪਾਇਆ ਗਿਆ ਇੱਕ 17 ਸਾਲ ਦਾ ਨੌਜਵਾਨ ਸੀ, ਜਿਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਜਿਸ ਨੂੰ ਕਿ ਲੱਭਿਆ ਜਾ ਰਿਹਾ ਹੈ। ਦਰਅਸਲ ਉਸ ਨੌਜਵਾਨ ਦੇ ਹੱਥ ਵਿੱਚ ਲਾਈਟਰ ਵੀ ਦੇਖਿਆ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਰਜਾਇਨਾ ਪੁਲਿਸ ਦੇ ਨਾਲ 306 777 6500 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।